ਜੇ ਸਭ ਕੁਝ ਗੁਰੂ ਸਾਹਿਬ ਦੇ ਭਾਣੇ 'ਚ ਹੁੰਦਾ ਹੈ ਤਾਂ ਦੁਨੀਆ ਵਿੱਚ ਲੋਕ ਪਾਪ ਕਿਉਂ ਕਰਦੇ ਹਨ। ਮੈਂ ਖੁਦ ਗਲਤੀ ਕਰਕੇ ਉਸ ਦਾ ਕਸੂਰ ਪਰਮਾਤਮਾ ਦੇ ਪਾ ਦਿੰਦਾ ਹਾਂ, ਇਹ ਕਹਿ ਕੇ ਉਹੀ ਕਰਨ ਕਰਾਵਨ ਹਾਰ ਸੁਆਮੀ ਹੈ। ਵਾਹਿਗੁਰੂ ਵਾਹਿਗੁਰੂ। ਸਾਨੂੰ ਸਤਿਗੁਰੂ ਜੀ ਨੇ ਅਕਲ ਵੀ ਦਿੱਤੀ ਹੈ ਨਾ। ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੁੱਝੀਏ, ਅਕਲੀ ਕੀਚੈ ਦਾਨ, ਨਾਨਕ ਆਖੇ ਰਾਹ ਇਹ, ਹੋਰ ਗੱਲਾਂ ਸ਼ੈਤਾਨ। ਉਹ ਜਿਹੜਾ ਤੁਸੀਂ ਕਹਿੰਦੇ ਹੋ ਨਾ, ਮਨ ਕਰਨ ਕਰਾਵਣ ਆਪੇ ਆਪ, ਮਾਨੋ ਕਹਿ ਕਿਛ ਨਾਹੀ ਆਤ, ਉਹ ਪੰਕਤੀ ਇੱਕ ਕਿਤੋਂ ਚੁੱਕੀ ਹੈ ਤੇ ਇੱਕ ਕਿਤੋਂ ਹੋਰ ਥਾਂ ਚੁੱਕੀ ਹੈ। ਉਹ ਹੈ ਮਾਰੇ ਰਾਖੇ ਏਕੋ ਆਪ, ਮਾਨਕ ਕਹਿ ਕਿਛ ਨਾਹੀ ਹਾਤ, ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ। ਉਹ ਨਹੀਂ ਹੈਗੀ ਕਰਨ ਕਰਾਵਣ ਆਪੇ ਆਪ, ਮਾਨੋ ਕਹਿ ਕਿਛ ਨਾਹੀ ਆਤ। ਨਹੀਂ, ਤੁਹਾਡੇ ਹੱਥ 'ਚ ਬਹੁਤ ਕੁਛ ਹੈ। ਕਾਹੇ ਕੀ ਕੁਸਲਾਤ ਹਾਥ ਦੀਪ ਕੂਵੇਂ ਪਰੇ। ਕੌਣ ਬਚਾ ਸਕਦਾ ਹੈ? ਕੀ ਫਾਇਦਾ ਹੈ ਹੱਥ ਵਿੱਚ ਲਾਈਟ ਹੋਵੇ ਤੇ ਫਿਰ ਖੂਹ 'ਚ ਡਿੱਗ ਪਵੇ? ਤੇ ਉਸ ਲਾਈਟ ਦਾ ਫਿਰ ਕੀ ਫਾਇਦਾ ਹੈ? ਉਸ ਗਿਆਨ ਦਾ ਕੀ ਫਾਇਦਾ ਹੈ ਜਿਹੜਾ ਗਿਆਨ ਤੁਹਾਡੇ ਕੋਲ ਹੈ ਤੇ ਉਹਦੀ ਤੁਸੀਂ ਵਰਤੋਂ ਹੀ ਨਹੀਂ ਕੀਤੀ? ਤੇ ਤੁਸੀਂ ਕਹੀ ਜਾਂਦੇ ਸਭ ਕੁਝ ਮਹਾਰਾਜ ਕਰਦਾ, ਸਭ ਕੁਝ ਪਰਮਾਤਮਾ ਕਰਦਾ। ਇਹ ਤੇ ਭਾਣੇ ਦੀ ਖੇਡ ਆ। ਇਹ ਤੇ ਸਭ ਤੋਂ ਉੱਪਰਲੀ ਸਟੇਜ ਆ, ਜਿੱਥੇ ਜਾ ਕੇ ਚੌਥੀ ਅਵਸਥਾ 'ਚ ਸਭ ਬਰਾਬਰ ਲੱਗਦਾ, ਸਮਦ੍ਰਿਸ਼ਟ ਲੱਗਦਾ। ਉਸ ਤੋਂ ਪਹਿਲਾਂ ਤਾਂ ਜੋ ਕੁਝ ਕਰ ਰਹੇ ਜੇ ਇਹੋ ਕੁਛ ਹੀ ਹੈ ਤੇ ਫਿਰ ਤੇ ਸਾਰੇ ਕੁਝ ਦੀ ਲੋੜ ਹੀ ਨਹੀਂ ਹੈਗੀ। ਕੁਛ ਕਰਮ ਅਸੀਂ, ਸਾਨੂੰ ਪਤਾ ਆ, ਮਨ ਜਾਣਤ ਸਬਾਤ, ਜਾਣਤ ਹੀ ਔਗਨ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਵੇਂ ਪਰੇ। ਹੱਥ ਵਿੱਚ ਦੀਵਾ ਆ, ਫਿਰ ਵੀ ਖੂਹ 'ਚ ਡਿੱਗ ਪਿਆ ਤੇ ਉਸ ਦੀਵੇ ਦਾ ਕੀ ਫਾਇਦਾ ਹੈ? ਤੁਹਾਨੂੰ ਗੁਰੂ ਨੇ ਮੱਤ ਦਿੱਤੀ ਹੈ, ਗਿਆਨ ਦਿੱਤਾ ਹੈ, ਗੁਰ ਕੀ ਮੱਤ ਤੂੰ ਲੈ ਆਣੇ। ਨਾਲ ਗੁਰੂ ਨੇ ਤੁਹਾਨੂੰ ਥਾਂ ਥਾਂ ਤੇ ਸਮਝਾਇਆ ਵੀ ਜਿਹੜੇ ਕਰਮ ਕਰੇਗਾ ਉਹੋ ਜਿਹੀ ਤੈਨੂੰ ਫਲ ਮਿਲੇਗਾ। ਆਪੇ ਬੀਜ ਆਪੇ ਹੀ ਖਾ। ਤੇ ਹੁਣ ਤੁਸੀਂ ਬੀਜਿਆ ਵੀ ਆਪੇ ਹੀ ਹੈ ਤੇ ਵੱਢਣਾ ਵੀ ਆਪੇ ਹੀ, ਖਾਣਾ ਹੀ ਆਪੇ ਹੈ। ਉਹ ਮੈਂ ਕਿਤੇ ਸੀਗਾ ਤੇ ਸਿੰਘ ਮੇਰੇ ਕੋਲ ਆ ਗਿਆ, ਉਹ ਪੰਕਤੀ ਪੜ੍ਹ ਕੇ ਆਇਆ ਵੀ ਪੁੰਨ ਪਾਪ ਪੁੰਨ ਵਿਸਰ ਗਈ ਮੈਨੂੰ ਤਾਂ ਹੀ ਜਗਾਦਾ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਮੈਂ ਸਮਝ ਗਿਆ, ਮੈਂ ਕਿਹਾ ਇਹਦਾ ਮਤਲਬ ਵੀ ਦੋਵੇਂ ਉਹਦੇ 'ਚ ਪਾਪ ਤੇ ਪੁੰਨ ਦੋਵੇਂ ਬਰਾਬਰ ਨੇ। ਬਾਣੀ ਦੀ ਪੰਕਤੀ ਮੈਨੂੰ ਵਿਸਰ ਗਈ, ਥੋੜ੍ਹੀ ਜਿਹੀ ਉਮਰ ਵੀ ਵੱਧਦੀ ਜਾਂਦੀ ਹੈ। ਤਾਂ ਉਹਨੇ ਮੈਨੂੰ ਆ ਕੇ ਉਹ ਪੰਕਤੀ ਸੁਣਾਈ ਵੀ ਪਾਪ ਤੇ ਪੁੰਨ ਮਤਲਬ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਇਹਦਾ ਮਤਲਬ ਫਿਰ ਹੁਣ ਡਿੱਗਣਾ ਚਾਹੁੰਦਾ ਤੂੰ ਵੀ ਪਾਪਾਂ ਵਾਲੀ ਪ੍ਰਵਿਰਤੀ 'ਚ ਚਲਾ ਜਾਏਗਾ? ਪਹਿਲਾਂ ਸਮਝ ਪੁੰਨ ਕੀ ਹੈ ਤੇ ਪਾਪ ਕੀ ਹੈ। ਤੁਸੀਂ ਦੱਸੋ ਪੁੰਨ ਕੀ ਹੈ? ਰੋਜ਼ ਤੁਸੀਂ ਪੜ੍ਹਦੇ ਹੋ, ਕੱਲ ਮੈਂ ਇੱਕੋ ਹੀ ਪੁੰਨ ਹੈ, ਕੱਲ ਮੈਂ ਇਹੋ ਪੁੰਨ ਕਿਹੜਾ, ਤੇ ਪਾਪ ਫਿਰ ਕੀ ਹੋ ਗਿਆ? ਨਾ ਗਾਣਾ। ਇਹ ਪਾਪ ਤੇ ਪੁੰਨ ਹੈ, ਬਾਕੀ ਤਾਂ ਸਾਡੇ ਹੱਥ 'ਚ ਹੈ। ਉਹਨੂੰ ਯਾਦ ਕਰੀਏ ਅਸੀਂ, ਇੰਨਾ ਵੱਡਾ ਆ, ਮੈਂ ਉਹਨੂੰ ਯਾਦ ਕਰਨਾ ਚਾਹਾਂ, ਮੈਂ ਨਹੀਂ ਕਰ ਸਕਦਾ। ਉਹ ਇੰਨਾ ਵੱਡਾ ਆ, ਮੈਂ ਉਹਨੂੰ ਭੁਲਾਉਣਾ ਚਾਹਾਂ, ਉਹ ਮੈਨੂੰ ਚੇਤਾ ਆਵੇ ਤੇ ਮੈਂ ਉਹਨੂੰ ਭੁਲਾਉਣਾ ਚਾਹਾਂ, ਮੈਂ ਉਹਨੂੰ ਭੁਲਾ ਵੀ ਨਹੀਂ ਸਕਦਾ। ਇਹ ਨਹੀਂ ਸਾਡੇ ਹੱਥ 'ਚ ਹੈਗਾ। ਬਾਕੀ ਸਾਰਾ ਕੁਝ ਤੁਹਾਡੇ ਹੱਥ 'ਚ ਹੀ ਆ। ਉਹ ਮੈਨੂੰ ਮੈਨੂੰ ਕਹਿੰਦਾ, ਇੱਦਾਂ ਹੀ ਕਹਿੰਦਾ ਸੀ, ਸਾਰਾ ਕੁਝ ਪਰਮਾਤਮਾ ਦੇ ਹੱਥ 'ਚ ਹੈ। ਮੈਂ ਕਿਹਾ ਚੱਲ ਜਾ ਬੀਬੀ ਨੂੰ ਛੇੜ ਤੇ ਖਾ ਛੁੱਤੀਆਂ। ਫਿਰ ਜੁੱਤੀਆਂ ਖਾਈਆਂ ਵੀ ਕਈ ਰੱਬ ਨੇ ਮਾਰੀਆਂ ਨੇ। ਮੈਂ ਕਿਹਾ ਚੱਲ ਹੋਰ ਸੌਖਾ ਕਰ ਦੇਣਾ, ਆ ਬਿਜਲੀ ਦਾ ਸਵਿੱਚ ਇਹਨੂੰ ਜਿਹੜਾ ਹੱਥ ਲਾਈ ਜਾ ਕੇ, ਇੱਥੇ ਨਹੀਂ ਤੂੰ ਲਾਂਦਾ। ਤਾਂ ਬਹੁਤ ਕੁਝ ਸਾਡੇ ਹੱਥ 'ਚ ਗੁਰੂ ਨੇ ਸਾਨੂੰ ਦਿੱਤਾ ਆ, ਮਨੁੱਖ ਬਣਾਇਆ ਆ, ਸਾਨੂੰ ਅਕਲ ਦਿੱਤੀ ਆ, ਸਾਨੂੰ ਚੰਗੇ ਮਾੜੇ ਦੀ ਪਹਿਚਾਣ ਦਿੱਤੀ ਆ। ਉਹਨੂੰ ਸਮਝ ਕੇ ਅਸੀਂ ਆਪਣਾ ਜੀਵਨ ਜੀਣਾ ਆ। ਬੁਰੇ ਕਰਮ, ਸਾਰੀ ਗੁਰਬਾਣੀ ਪੜ੍ਹੋਗੇ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਕੀ ਹੈ। ਪਰ ਤੈ ਰੂਪ ਨਾ ਪੇਖੈ, ਮਿੱਥਿਆ ਨਾਹੀ ਰਸਨਾ, ਨਿੰਦਾ ਭਲੀ ਕਿਸੇ ਕੀ। ਤੇ ਹੁਣ ਫਿਰ ਵੀ ਕਰੀ ਜਾਈਏ, ਉਹ ਕਰਾਉਂਦਾ, ਉਹ ਥੋੜੀ ਕਰਾਉਂਦਾ, ਉਹ ਤਾਂ ਮਨਾ ਕਰ ਰਿਹਾ, ਉਹ ਤੇ ਮਨਾ ਕਰ ਰਿਹਾ। ਤਾਂ ਇਸ ਕਰਕੇ ਇਸ ਗੱਲ ਨੂੰ ਇਸ ਤਰ੍ਹਾਂ ਲੈ ਕੇ ਨਹੀਂ ਚੱਲਣਾ ਵੀ ਉਹੋ ਹੀ ਕਰਾਉਂਦਾ ਤੇ ਉਹੀ ਕਰਾਉਂਦਾ ਤੇ ਫਿਰ ਨਰਕ ਵਿੱਚ ਵੀ ਉਹੀ ਭੇਜੇਗਾ। ਥੋੜਾ ਜਿਹਾ ਐਡ ਕਰਨਾ ਬਸ ਇਹਦੇ ਤੇ ਵੀ ਇਹ ਲਾਗੂ ਵੀ ਹੁੰਦਾ ਇੱਕ ਤਰੀਕੇ ਨਾਲ। ਇਹ ਜਿਹੜਾ ਹੈਗਾ ਨਾ ਹੁਕਮ ਮਹਾਰਾਜ ਦਾ, ਵੀ ਉਹਨਾਂ ਦੇ ਹੁਕਮ ਵਿੱਚ ਸਭ ਕੁਝ ਹੋ ਰਿਹਾ। ਉੱਥੇ ਤੱਕ ਜਿਨ੍ਹਾਂ ਨੂੰ ਮਹਾਰਾਜ ਨੇ ਗਿਆਨ ਨਹੀਂ, ਉਹਨਾਂ ਦੇ ਭਾਗ ਨਹੀਂ ਖੁੱਲੇ। ਸਾਨੂੰ ਮਹਾਰਾਜ ਨੇ ਗਿਆਨ ਬਖਸ਼ਤਾ, ਗੁਰੂ ਗ੍ਰੰਥ ਸਾਹਿਬ ਦੇ ਚਰਨੀ ਲਾ ਦਿੱਤਾ। ਸਾਡੇ ਵਾਸਤੇ ਇਹ ਗੁਣ ਨਹੀਂ ਲਾਗੂ ਹੋਏਗਾ। ਇੱਕ ਅਵਸਥਾਵਾਂ ਹੈਗੀਆਂ ਨਾ, ਤਮ ਰਜੋ ਤਮੋ ਸਤੋ। ਜਿਹੜੇ ਰਜੋ ਤਮੋ 'ਚ ਨੇ ਨਾ, ਜਿਨ੍ਹਾਂ ਨੂੰ ਗਿਆਨ ਹੀ ਨਹੀਂ ਹੈਗਾ, ਉਹ ਸਿਰਫ ਪਸ਼ੂਆਂ ਵਾਲੀ ਜ਼ਿੰਦਗੀ ਹੈ, ਖਾਣਾ ਤੇ ਆਪਣਾ ਨਿਰਵਾਹ ਕਰਨਾ। ਉੱਥੇ ਉਹਨਾਂ ਵਾਸਤੇ ਲਾਗੂ ਹੋ ਸਕਦਾ, ਪਰ ਸਾਡੇ ਵਾਸਤੇ ਕਿਉਂਕਿ ਸਾਨੂੰ ਗਿਆਨ ਮਿਲ ਗਿਆ, ਜਿਹੜਾ ਕਹਿੰਦਾ ਹਾਥ ਦੀਪ, ਉਹ ਦੀਪ ਸਾਨੂੰ ਮਿਲਿਆ ਹੋਇਆ, ਗਿਆਨ ਮਿਲਿਆ, ਸਾਡੇ ਤੇ ਇਹ ਲਾਗੂ ਨਹੀਂ ਹੋਣਾ। ਹਾਂਜੀ।